ਚਾਹੇ ਸ਼ੂਗਰ ਹੈ, ਚਾਹੇ ਬੀਪੀ ਹੈ, ਚਾਹੇ ਲੀਵਰ ਫੇਲ ਹੈ, ਚਾਹੇ ਕਿਡਨੀ ਫੇਲ ਹੈ, ਚਾਹੇ ਕੈਂਸਰ ਹੈ। ਲੋਕਾਂ ਨੂੰ ਇਹ ਕੋਈ ਨਹੀਂ ਦੱਸਦਾ ਕਿ ਤੁਹਾਡੀ ਬਾਡੀ ਵਿੱਚ ਤਾਕਤ ਹੈਗੀ ਹੈ, ਤੁਹਾਡੇ ਸਰੀਰ ਵਿੱਚ ਆਪਣੀ ਤਾਕਤ ਹੈਗੀ ਹੈ, ਇਹਨੂੰ ਆਪਣੇ ਆਪ ਹੀ ਠੀਕ ਕਰ ਪਾਉਂਦੀ ਹੈ। ਸਾਰਾ ਕੁਝ ਸਾਡੇ ਸਰੀਰ ਦੇ ਅੰਦਰ ਹੈ, ਬਿਮਾਰੀ ਵੀ ਸਾਡੇ ਅੰਦਰ ਹੈ ਤੇ ਬਿਮਾਰੀ ਦਾ ਇਲਾਜ ਵੀ ਸਾਡੇ ਅੰਦਰ ਹੈ। ਅਸੀਂ ਬਾਹਰ ਲੱਭਦੇ ਪਏ ਹਾਂ। ਮੈਂ ਤੁਹਾਨੂੰ ਪੇਸ਼ੈਂਟ ਨਾਲ ਮਿਲਵਾ ਵੀ ਦਿੰਦਾ ਅੱਜ, ਜਿਨ੍ਹਾਂ ਦੀ ਸ਼ੂਗਰ ਇੰਨੀ ਕੁ ਰਹਿੰਦੀ ਸੀ ਜਿਹੜੀ ਮਸ਼ੀਨ ਵਿੱਚ ਵੀ नहीं आती। मैं यही जानना चाहूँगा, आपने अपनी एज को इस तरह मेंटेन किया हुआ, 50 के लग रही है, तो शुगर नहीं मेंटेन कर पाए थे, वो क्या हुआ था? मेरे दिल्ली में 5 डायबिटोलॉजिस्ट हैं जो मेरा ध्यान रख रहे हैं, बट कुछ नहीं कर पाए। एक्चुअली डॉक्टर ने लास्ट में ना एक सेंटेंस बोला, कहा ये एक चलता फिरता एक न्यूक्लियर बॉम्ब है, ये कभी भी ब्लास्ट हो जाएगा। शी कैन गेट एनी टाइम किडनी फेलियर एंड मल्टीपल ऑर्गन फेलियर। ये इनका ध्यान रखो। मैं हस्बैंड से बहस करती थी कि डू यू थिंक कि रिवर्स होगा कुछ। मेरा 985 हाईएस्ट गया है शुगर लेवल, तो लगता है आपको कि ये ख़त्म हो जाएगा? ਚੈਲੰਜਿੰਗ ਸੀ ਤੁਹਾਡੇ ਲਈ 985 ਮਸ਼ੀਨ ਵੀ ਉੱਥੇ ਦੱਸਦੀ ਨਹੀਂ ਕਦੀ ਲੈਵਲ ਆ ਕੇ ਮਸ਼ੀਨ ਵੀ 600 ਤੋਂ ਬਾਅਦ ਖੜ ਜਾਂਦੀ ਹੈ, ਕਹਿੰਦੇ ਜਵਾਬ ਨਹੀਂ ਦਿੰਦੀ। ਸਾਡੇ ਕੋਲ ਕਿਡਨੀ ਫੇਲ, ਲੀਵਰ ਫੇਲ, ਕੈਂਸਰ ਦੇ ਪੇਸ਼ੈਂਟ ਠੀਕ ਹੁੰਦੇ, ਸਾਨੂੰ ਤਾਂ ਸ਼ੂਗਰ ਕੁਝ ਲੱਗਦੀ ਨਹੀਂ ਹੈ। ਇਹ ਮੈਡੀਕਲ ਮਾਫੀਆ ਨੇ ਐਡਾ ਵੱਡੀ ਬਣਾਈ ਹੋਈ ਹੈ। ਹਰੇਕ ਨੇ ਸ਼ੂਗਰ ਦੇ ਲੈਵਲ ਆਪਣੇ ਹਿਸਾਬ ਨਾਲ ਸੈੱਟ ਕੀਤੇ ਹੋਣੇ। ਕੋਈ ਕਹਿੰਦਾ 100 ਨਾਰਮਲ ਐਵਰੇਜ ਹੈ, ਕੋਈ ਕਹਿੰਦਾ 150 ਹੈ, ਕੋਈ 200 ਹੈ, ਕੋਈ 110 ਹੈ, ਕੋਈ 125 ਹੈ। ਇਹ ਤੁਹਾਨੂੰ ਕੀ ਡਰਾਮੇਬਾਜ਼ੀ ਕਹਾਂਗਾ ਕਿ ਇਹਦੇ 'ਚ ਵੀ ਕੋਈ षड्यंत्र ਹੈ? ਇਹ ਬਹੁਤ ਵੱਡਾ ਗੇਮ ਹੈ ਸਰ। ਉਹ ਕਦੀ ਨਹੀਂ ਚਾਹਣਗੇ ਦੁਨੀਆ ਠੀਕ ਹੋ ਜਾਵੇ। ਪਾਲੀ ਹੁਣੀ ਜਦੋਂ ਤੁਹਾਡੇ ਕੋਲ ਪਹੁੰਚੇ ਸੀਗੇ, ਕੀ ਇਹਨਾਂ ਨੂੰ ਟ੍ਰੀਟਮੈਂਟ ਦਿੱਤਾ ਗਿਆ? ਉਹ ਮੈਡਮ ਆਪ ਹੀ ਦੱਸ ਦੇਣਗੇ ਤੁਹਾਡੀ ਇਨਸੂਲਿਨ ਕਿੰਨੇ ਦਿਨਾਂ 'ਚ ਬੰਦ ਹੋਗੀ ਤੇ ਤੁਹਾਡੀ ਬੀਪੀ ਦੀ ਗੋਲੀ ਕਿੰਨੇ ਦਿਨਾਂ 'ਚ ਬੰਦ ਹੋਗੀ। मैडम आप ही दस दें। क्या कहेंगे इसे? ट्रीटमेंट कहेंगे? हैरानी हुई? चमत्कार लगा? सीरियसली बहुत एक सुखद एहसास है, बहुत नाइस, क्योंकि यहाँ हॉस्पिटल नहीं लगा। सबसे पहले दिन तो मैं वॉक के लिए भी नहीं उठ रही थी। जब सुशील ने मुझे बोला चलो उठो वॉक करने जाएंगे, मैं कहा मुझे नहीं जाना है। ये ਆਮ ਤੌਰ ਤੇ ਸ਼ੂਗਰ ਦਾ ਮੁੱਖ ਕਾਰਨ ਫਾਸਟ ਫੂਡ ਹੀ ਮੰਨਿਆ ਜਾਂਦਾ। ਇਹ ਤਾਂ ਕਹਿੰਦੇ ਮੈਂ ਉਸ ਹਿਸਾਬ ਨਾਲ ਖਾਂਦੀ ਵੀ ਨਹੀਂ। ਖੈਰ ਮੈਨੂੰ ਸੁਣ ਕੇ ਬੜੀ ਹੈਰਾਨੀ ਹੋਈ ਹੈ। ਬਹੁਤ ਮੈਂ ਡਾਕਟਰ ਦੀਆਂ ਬਹੁਤ ਵਿਚਾਰੇ ਦੇ ਇੰਟਰਵਿਊ ਕੀਤੀਆਂ ਹੋਈਆਂ, ਪਰ 985 ਜਾਂ ਅਰਾਊਂਡ 1000 ਤੋਂ 150 ਤੋਂ ਵੀ ਥੱਲੇ ਆ ਗਈ ਸ਼ੂਗਰ। ਮੇਰੇ ਲਈ ਵੀ ਬੜੀ ਹੈਰਾਨੀ ਵਾਲੀ ਗੱਲ ਹੋ ਰਹੀ ਹੈ। ਇਹ ਹੁਣ ਜ਼ਿੰਦਗੀ ਭਰ ਠੀਕ ਰਹਿਣਗੇ। ਇਹਨਾਂ ਨੂੰ ਬੇਸਿਕਲੀ ਤਰੀਕਾ ਪਤਾ ਚੱਲ ਗਿਆ ਕਿ ਆਪਣੀ ਬਾਡੀ ਨੂੰ, ਰੱਬ ਨੂੰ, ਇਹ ਜਿਹੜੀ ਸਾਡੀ ਬਾਡੀ ਹੈ ਰੱਬ ਹੈ, ਇਸ ਰੱਬ ਨੂੰ ਕਿਵੇਂ ਮਨਾ ਕੇ ਰੱਖਣਾ ਹੈ। ਆ ਗਰਮੀਆਂ 'ਚ ਮੇਰੇ ਕੋਲ 3-3 ਮਹੀਨੇ ਪਹਿਲੇ ਦੀ ਐਡਵਾਂਸ ਬੁਕਿੰਗ ਪਈ ਹੋਈ ਹੈ ਕਿ ਐਡਵਾਂਸ ਲੋਕਾਂ ਨੇ ਪਹਿਲੇ ਪੇਮੈਂਟ ਜਮ੍ਹਾਂ ਕਰਾਈ ਹੈ ਕਿ ਅਸੀਂ ਆਣਾ ਹੈ। ਜਿਹੜਾ ਦਾਅਵਾ ਚਾਰੇ ਮਨੀਸ਼ ਉਹਨਾਂ ਨੇ ਕੀਤਾ ਹੈ ਪ੍ਰੈਕਟੀਕਲ ਹੈ। ਭਾਵੇਂ ਤੁਸੀਂ ਆ ਕੇ ਸਰਪ੍ਰਾਈਜ਼ ਚੈੱਕ ਤੁਸੀਂ ਵੀ ਕਰ ਲਿਓ, ਕੋਈ ਇਦਾਂ ਦਾ ਪਲਾਨਡ ਨਹੀਂ ਹੈਗਾ। ਸੋ ਅੱਜ ਫੇਰ ਅਸੀਂ ਇੱਕ ਵਾਰ ਪਹੁੰਚੇ ਹੋਏ ਹਾਂ ਹਸਪੀਟਲ ਐਂਡ ਇੰਸਟੀਚਿਊਟ ਆਫ ਇੰਟੀਗ੍ਰੇਟਿਡ ਮੈਡੀਕਲ ਸਾਇੰਸ, ਜੇ ਸੌਖੀ ਭਾਸ਼ਾ 'ਚ ਗੱਲ ਕਰ ਦਈਏ ਹਿਮਸ। ਹਿਮਸ ਜਿਹੜਾ ਨਾਮ ਹੈ ਆਮ ਲੋਕਾਂ ਦੀ ਜ਼ੁਬਾਨ ਤੇ ਵੀ ਚੜ ਚੁੱਕਾ ਹੈ, ਲੋਕਾਂ ਦੀ ਜ਼ੁਬਾਨ ਤੇ ਆ ਗਿਆ ਹੈ। ਜਦੋਂ ਲੱਗਦਾ ਹੈ ਕਿ ਸਾਨੂੰ ਅਜਿਹਾ ਰੋਗ ਹੋ ਗਿਆ ਹੈ, ਐਲੋਪੈਥੀ ਜਿਹਦਾ ਇਲਾਜ ਨਹੀਂ ਕਰ ਪਾਏਗੀ, ਈਵਨ ਹੋਮਿਓਪੈਥੀ ਨਹੀਂ ਕਰ ਪਾਏਗੀ, ਇਲੈਕਟ੍ਰੋਪੈਥੀ ਨਹੀਂ ਕਰ ਪਾਏਗੀ, ਤਾਂ ਜ਼ਿਹਨ 'ਚ ਆ ਜਾਂਦਾ ਹੈ ਹਿਮਸ। ਅਤੇ ਆਯੁਰਵੈਦ ਤੇ ਆਚਾਰਿਆ ਮਨੀਸ਼ ਵੀ ਇੱਕ ਨਾਮ ਹੈ। ਜੇ ਆਪਾਂ ਆਯੁਰਵੈਦ ਦੀ ਚਰਚਾ ਕਰਦੇ ਹਾਂ, ਬੰਦੇ ਨੂੰ ਲੱਗਦਾ ਨਹੀਂ ਕਿ ਆਚਾਰਿਆ ਮਨੀਸ਼ ਦੀ ਚਰਚਾ ਬਿਨਾਂ ਇਹ ਕੰਪਲੀਟ ਹੋ ਪਾਉਂਦਾ ਹੈ। ਸੋ ਅੱਜ ਗੱਲ ਕਰਾਂਗੇ ਸ਼ੂਗਰ। ਆਮ ਬੰਦੇ ਸ਼ੂਗਰ ਕਹਿੰਦੇ ਨੇ, ਮੈਡੀਕਲ ਦੀ ਲਾਈਨ 'ਚ ਇਹਨੂੰ ਡਾਇਬਟੀਜ਼ ਕਹਿ ਲਓ, ਹਿੰਦੀ ਦੇ ਵਿੱਚ ਮਧੂਮੇਹ, ਪੰਜਾਬੀ 'ਚ ਸ਼ੱਕਰ ਰੋਗ ਵੀ ਕਿਹਾ ਜਾਂਦਾ ਹੈ। ਤੇ ਸ਼ੂਗਰ ਨੂੰ ਲੈ ਕੇ ਭਾਂਤ ਦੀਆਂ ਧਾਰਨਾਵਾਂ, ਭ੍ਰਾਂਤੀਆਂ ਜਿਹੜੀਆਂ ਚੱਲੀਆਂ ਆ ਰਹੀਆਂ ਨੇ। ਮੈਂ ਥੋੜਾ ਦੱਸਣਾ ਭੁੱਲ ਗਿਆ, ਤੁਹਾਨੂੰ ਦੱਸਦਾ ਹਿਮਸ ਹੈ ਕਿੱਥੇ। ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਸਬ ਡਿਵੀਜ਼ਨ ਡੇਰਾਬੱਸੀ। ਡੇਰਾਬੱਸੀ ਜਦੋਂ ਤੁਸੀਂ ਪਹੁੰਚਦੇ ਹੋ ਤਾਂ ਮਸ਼ਹੂਰ ਨਾਮ ਹੈਗਾ ਹਿਮਸ। ਸੋ ਆਪਾਂ ਗੱਲ ਕਰ ਰਹੇ ਸੀ ਸ਼ੂਗਰ ਦੀ। ਆਪਾਂ ਗੱਲ ਕਰਾਂਗੇ ਵੀ ਸ਼ੂਗਰ ਐਲੋਪੈਥੀ ਨਾਲ ਸਿਰਫ ਕੰਟਰੋਲ ਹੁੰਦੀ ਹੈ, ਕਾਬੂ 'ਚ ਆਉਂਦੀ ਹੈ, ਜਾਂ ਵਾਕਈ ਖਤਮ ਹੁੰਦੀ ਹੈ, ਜਾਂ ਇਹ ਅਜਿਹਾ ਰੋਗ ਹੈ, ਕੋਈ ਇਹੋ ਜਿਹਾ ਡਾਕਟਰ ਹੈ ਦਾਵਾ ਕਰੇ ਕਿ ਤੁਹਾਡੀ ਸ਼ੂਗਰ ਕੰਟਰੋਲ 'ਚ ਨਹੀਂ ਆਏਗੀ, ਤੁਹਾਡੀ ਦਵਾਈ ਵੀ ਬੰਦ ਹੋ ਜਾਏਗੀ। ਬੰਦਾ ਅੱਜ ਦੀ ਡੇਟ 'ਚ ਵਿਸ਼ਵਾਸ ਨਹੀਂ ਕਰਦਾ, ਬਿਲੀਵ ਨਹੀਂ ਕਰ ਪਾਉਂਦਾ ਕਿ ਵਾਕਈ ਸ਼ੂਗਰ ਨਾਲ ਜਿਹੜਾ ਹੈਗਾ ਆਪਣਾ ਦਵਾਈ ਬੰਦ ਵੀ ਹੋ ਸਕਦੀ ਹੈ। ਆਚਾਰਿਆ ਮਨੀਸ਼ ਮੈਂ ਤੁਹਾਨੂੰ ਦੱਸ ਚੁੱਕਾ ਸਾਡੇ ਨਾਲ ਨੇ, ਤੇ ਇੱਕ ਪ੍ਰੈਕਟੀਕਲ ਵੀ ਤੁਹਾਨੂੰ ਦਿਖਾਵਾਂਗੇ, ਉਹ ਚੀਜ਼ ਥੋੜੀ ਬਾਅਦ 'ਚ ਹੋਏਗੀ। ਸੋ ਮਨੀਸ਼ ਜੀ ਬਹੁਤ ਬਹੁਤ ਸਵਾਗਤ ਹੈ ਸਕਰੋਲ ਪੰਜਾਬ ਤੇ ਜੀ। ਨਮਸਕਾਰ ਜੀ। ਜੀ ਸੋ ਮੈਨੂੰ ਪਤਾ ਲੱਗਿਆ ਬੜੇ ਘੁੰਮ ਫਿਰ ਕੇ ਆਏ ਹੋ, ਸ਼ਾਇਦ ਬਾਹਰਲੇ ਮੁਲਕ ਵੀ ਜਾ ਕੇ ਆਏ ਹੋ, ਕਿਸੇ ਹਿਮਾਚਲ ਦੇ ਲੰਬੇ ਟੂਰ ਤੇ ਸੀਗੇ। ਸੋ ਲੋਕ ਤੁਹਾਨੂੰ ਇਸੇ ਕਰਕੇ ਬੜਾ ਮਤਲਬ ਕਹਿ ਲਓ ਵੀ ਸਤਿਕਾਰ ਦਿੰਦੇ, ਪਿਆਰ ਦਿੰਦੇ ਵੀ ਇਹ ਬੰਦਾ ਦਾਅਵੇ ਕਰਦਾ ਹੈ ਸ਼ੂਗਰ ਨੂੰ ਠੀਕ ਕਰਨ ਦੇ। ਕੁਛ ਇਦਾਂ ਦੇ ਕੀ ਇੱਕ ਤਜਰਬਾ ਰਿਹਾ? ਦੇਖੋ
ਚਾਹੇ ਸ਼ੂਗਰ ਹੈ, ਚਾਹੇ ਬੀਪੀ ਹੈ, ਚਾਹੇ ਲੀਵਰ ਫੇਲ ਹੈ, ਚਾਹੇ ਕਿਡਨੀ ਫੇਲ ਹੈ, ਚਾਹੇ ਕੈਂਸਰ ਹੈ। ਲੋਕਾਂ ਨੂੰ ਇਹ ਕੋਈ ਨਹੀਂ ਦੱਸਦਾ ਕਿ ਤੁਹਾਡੀ ਬਾਡੀ ਵਿੱਚ ਤਾਕਤ ਹੈਗੀ ਹੈ, ਤੁਹਾਡੇ ਸਰੀਰ ਵਿੱਚ ਆਪਣੀ ਤਾਕਤ ਹੈਗੀ ਹੈ, ਇਹਨੂੰ ਆਪਣੇ ਆਪ ਹੀ ਠੀਕ ਕਰ ਪਾਉਂਦੀ ਹੈ। ਸਿਰਫ ਤੁਹਾਨੂੰ ਆਪਣਾ ਖਾਣਾ ਪੀਣਾ ਠੀਕ ਕਰਨਾ ਹੁੰਦਾ, ਆਪਣੀ ਸੋਚ ਠੀਕ ਕਰਨੀ ਹੁੰਦੀ ਹੈ, ਆਪਣਾ ਲਾਈਫ ਸਟਾਈਲ ਠੀਕ ਕਰਨਾ ਹੁੰਦਾ, ਆਪਣਾ ਪਾਣੀ ਠੀਕ ਕਰਨਾ ਹੁੰਦਾ ਹੈ ਤੇ ਵਾਪਸ ਪ੍ਰਕਿਰਤੀ ਦੇ ਸੰਪਰਕ 'ਚ ਆਉਣਾ ਹੁੰਦਾ ਹੈ। ਜਿਵੇਂ ਮੈਂ ਆਪਣੇ ਸਰੀਰ ਦੇ ਅੰਦਰ ਹੀ ਨੇ, ਸਾਰਾ ਕੁਝ ਸਾਡੇ ਸਰੀਰ ਦੇ ਅੰਦਰ ਹੈ। ਬਿਮਾਰੀ ਵੀ ਸਾਡੇ ਅੰਦਰ ਹੈ ਤੇ ਬਿਮਾਰੀ ਦਾ ਇਲਾਜ ਵੀ ਸਾਡੇ ਅੰਦਰ ਹੈ। ਅਸੀਂ ਬਾਹਰ ਲੱਭਦੇ ਪਏ ਹਾਂ। ਜਿਵੇਂ ਜਦੋਂ ਆਪਾਂ ਕਿਸੇ ਵੱਡੇ ਗਿਆਨੀ ਗੁਰੂ ਕੋਲ ਜਾਂਦੇ ਆ, ਉਹ ਕਹਿੰਦਾ ਬਾਹਰ ਕੀ ਲੱਭਦਾ ਸੱਜਣਾ, ਸਾਰਾ ਕੁਝ ਤਾਂ ਅੰਦਰ ਹੀ ਹੈਗਾ। ਤੇ ਆਪਾਂ ਅੰਦਰ ਲੱਭਵਾਉਂਦੇ ਆ ਪੇਸ਼ੈਂਟ ਨੂੰ ਤੇ ਕਲਾਇੰਟ ਨੂੰ। ਮੈਂ ਤੁਹਾਨੂੰ ਪੇਸ਼ੈਂਟ ਨਾਲ ਮਿਲਵਾ ਵੀ ਦਿੰਦਾ ਅੱਜ, ਜਿਨ੍ਹਾਂ ਦੀ ਸ਼ੂਗਰ ਇੰਨੀ ਕੁ ਰਹਿੰਦੀ ਸੀ ਜਿਹੜੀ ਮਸ਼ੀਨ ਵਿੱਚ ਵੀ ਨਹੀਂ ਆਂਦੀ। ਤੁਸੀਂ ਅਗਰ 10 ਕੰਪਨੀਆਂ ਦੀ ਮਸ਼ੀਨ ਖਰੀਦੋਗੇ ਨਾ ਤੇ 600 ਤੋਂ ਬਾਅਦ ਮਸ਼ੀਨ ਤੇ ਨਾ ਐਰਰ ਆ ਜਾਂਦਾ ਹੈ, ਲੈਵਲ ਹੀ ਨਹੀਂ ਹੈ, ਉਹ ਲੈਵਲ ਹੀ ਨਹੀਂ ਆਂਦਾ। ਤੇ ਉਸ ਲੈਵਲ ਦੀ ਸ਼ੂਗਰ ਤੋਂ ਵਿਅਕਤੀ ਬਿਲਕੁਲ ਰਿਵਰਸ ਹੋ ਜਾਏ, ਇਨਸੂਲਿਨ ਬੰਦ ਹੋ ਜਾਏ, ਗੋਲੀਆਂ ਬੰਦ ਹੋ ਜਾਣ ਤੇ ਜਿਹੜੀ ਭਵਿੱਖ 'ਚ ਹੋਰ ਬਿਮਾਰੀਆਂ ਆਉਣੀ ਸੀ ਉਹ ਠੀਕ ਹੋ ਜਾਣ, ਇਸ ਤੋਂ ਵੱਡੀ ਤਾਂ ਗੱਲ ਹੋ ਹੀ ਨਹੀਂ ਸਕਦੀ ਨਾ ਜੀ। ਸੋ ਜਿਹੜਾ ਦਾਅਵਾ ਚਾਹ ਰਹੇ ਮਨੀਸ਼ ਉਹਨਾਂ ਨੇ ਕੀਤਾ ਹੈ ਪ੍ਰੈਕਟੀਕਲ ਹੈ। ਭਾਵੇਂ ਤੁਸੀਂ ਆ ਕੇ ਸਰਪ੍ਰਾਈਜ਼ ਚੈੱਕ ਤੁਸੀਂ ਵੀ ਕਰ ਲਿਓ, ਕੋਈ ਇਦਾਂ ਦਾ ਪਲਾਨਡ ਨਹੀਂ ਹੈਗਾ, ਕੋਈ ਪਲਾਨਡ ਸ਼ੂਟ ਵੀ ਨਹੀਂ ਸੀਗਾ। ਆਪਾਂ ਵੀ ਸਰਪ੍ਰਾਈਜ਼ ਚੈੱਕ ਕਰਨੀ ਪਹੁੰਚੇ ਸੀਗੇ। ਦਿੱਲੀ ਤੋਂ ਆਏ ਨੇ मैडम, ਸਾਡੇ ਨਾਲ ਮੌਜੂਦ ਨੇ, ਗੱਲ ਕਰਾਂਗੇ। सो मैडम, सबसे पहले आपका नाम और उम्र जानना चाहेंगे। मेरा नाम दीपाली दर है एंड मेरी 50 ईयर्स ओल्ड हूँ। पहली बात तो आप दीपाली जी 50 साल के लग नहीं रहे हो। ठीक है, मैं 50 साल की हूँ। तो मतलब मैं यही जानना चाहूँगा, आपने अपनी एज को इस तरह मेंटेन किया हुआ है, 50 के लग नहीं रहे, तो शुगर नहीं मेंटेन कर पाए थे, वो क्या हुआ था? व्हाट वाज द इंसिडेंट, वो कैसे शुरू हुई थी? शायद मेरी सबसे पहले प्रॉब्लम है कि मैं जेनेटिकल था मेरे पैटर्नल साइड से, एंड दूसरा ये था कि मेरा अपना जो लाइफस्टाइल था वो बहुत बिगड़ा हुआ था। बिगड़ा इन द सेंस कैसे, मतलब खाना पीना? नहीं, खाना पीना नहीं, मैं कोई मीठा नहीं खाती थी, कभी भी नहीं खाती थी, मुझे अच्छा नहीं लगता है वो चॉकलेट वगैरह, वो लड़कियों की आदत नहीं थी। बट अपना काम के कारण मेरी पूरा 24/7 काम के चक्कर में रेडीमेड फूड, नॉट रेडीमेड, आई वाज नॉट मैनेज्ड। जो मेरे को यहाँ आके हुआ कि मतलब मैनेज नहीं था। मतलब मैं उठती थी सुबह सुबह, जिमिंग करती थी मैं 1 घंटा, बट उसके बाद मेरा ब्रेकफास्ट टाइम पे नहीं होता था, लंच टाइम पे नहीं होता था, एंड सबसे बड़ी बात है ध्यान ही नहीं देती थी अपने पे। कितने साल पहले सबसे पहले आपको पता चला कि आप डायबिटिक हो गई हैं? आज से कम मेरे को 10-12 साल हो गए। 10-12 साल, मोर देन 1 डिकेड। तो कहाँ कहाँ गई आप इलाज के लिए? सब जगह, मतलब हर जगह का मतलब है कि मैं आउट ऑफ इंडिया भी गई हूँ, कनाडा में भी मैं काम से जाती रहती हूँ बाहर, तो मैं वहाँ पे भी मैंने कंसल्ट किया। मुझे हर जगह इंसुलिन पे बोला था, एडवाइस किया, और इंसुलिन के कारण मैं सीरियसली तो भी मेरे को कुछ भी फ़र्क नहीं पड़ा। उस टाइम हो जाता है 1-2 घंटे, आई नॉट से कि इंसुलिन से हुआ ही नहीं कुछ, 2-3 घंटे फ़र्क पड़ता था, फिर वो वापस शूट अप हो जाता था, या 1-2 दिन मैं ठीक रहती थी, फिर शूट अप हो जाता था वो। तो बहुत अजीब वो था। लास्ट में ये हुआ कि एक दिन कॉन्फ्रेंस में चल रही थी और मैं बेहोश हो गई। अच्छा। तो फिर मुझे ले जाया गया हॉस्पिटल। मेरे दिल्ली में 5 डायबिटोलॉजिस्ट हैं जो मेरा ध्यान रख रहे हैं, बट कुछ नहीं कर पाए। रियली दे वर ऑल्सो नाइस, अच्छे थे हैं वो सारे बेचारे, वो क्या करें, वो उनकी अपनी पढ़ाई लिखाई, हर एक का अपना अपना कोई, बट को नहीं कर पाए बिकॉज मैं नहीं कर पाई मैनेज अपने आप को शायद ठीक से। यहाँ पे मुझे रियली दे टॉट मी हाउ टू मैनेज योर सेल्फ। मैं 2 दिन पहले तो ज़बरदस्ती मुझे लाया गया। ये ऑल थैंक्स टू माय हस्बैंड। उनको किसी फ्रेंड ने बोला कि वहाँ ले जाओ भाभी जी को, वो ठीक हो जाएंगी, क्योंकि मेरे डायबिटोलॉजिस्ट बताया, आचार्य मनीष का बताया। हाँ बिल्कुल, इनका बताया। नाम भी वो तो मुझे नहीं पता, वो मुझे कहते हैं मैं जानता हूँ उनको, मैंने सुना है उनको काफ़ी यूट्यूब्स वगैरह पे। एक्चुअली डॉक्टर ने लास्ट में ना एक सेंटेंस बोला, कहा ये एक चलता फिरता एक न्यूक्लियर बॉम्ब है, ये कभी भी ब्लास्ट हो जाएगा। शी कैन गेट एनी टाइम किडनी फेलियर एंड मल्टीपल ऑर्गन फेलियर, ये इनका ध्यान रखो। जब उनको 4-5 बंदों ने कहा ना, तो वो पर्टिकुलर परेशान हो गए, बच्चे भी और घर वाले सारे। तब जाके यहाँ आए, तो यहाँ भी ज़बरदस्ती से, मैं पहले जब चेकअप करवाने आई तब भी ज़बरदस्ती का सौदा था, मैं बिल्कुल भी कन्विंस नहीं। क्या मन मान नहीं रहा था कि यहाँ हिम्स में कुछ हो सकता है? एक्चुअली हम लोगों का लाइफस्टाइल बहुत तेज़ है, धीरे धीरे वाला सिस्टम वो मतलब है ही नहीं टाइम। अगर आप स्पेशली महानगरों का बोलेंगे तो टाइम नहीं है, बट मेरे को यहाँ सब कुछ यूं हो जाए चुटकी में, बिल्कुल कि जल्दी से ख़त्म हो जाए। मुझे तो लगता था ये कभी ख़त्म नहीं होगा, एंड मैं अपने हस्बैंड से बहस करती थी कि डू यू थिंक कि रिवर्स होगा कुछ। मेरा 985 हाईएस्ट गया है शुगर लेवल, तो लगता है आपको कि ये ख़त्म हो जाएगा? तो उन्होंने मेरे को कहा कि तुम 15 दिन सोचो कि तुम
बस अपने लिए सोच लो, डोंट थिंक, काम छोड़ दो, दुनियादारी छोड़ दो। हाँ बिल्कुल, काम छोड़ दो सब कुछ। 15 दिन मेरे बेटे ने भी, वो उसका फ़ोन आता रहता था, मेरे बाकी बच्चे भी वो मुझे बोलते रहते थे कि आप ना ऐसा करो कि बस सोचो कि 15 दिन वेकेशंस पे ਆਪੇ आए। ਅਭੀ ਤੋਂ ਵਾਪਸ ਆਉਂਗਾ। ਚੋ ਮਨੀਸ਼ ਜੀ, ਹਾਲਾਂਕਿ ਤੁਹਾਡੇ ਜਿਹੜੇ ਦਾਅਵੇ ਨੇ ਉਹ ਸੱਚ ਵੀ ਸਾਬਤ ਹੋ ਜਾਂਦੇ ਆ, ਪਰ ਚੈਲੰਜਿੰਗ ਸੀ ਤੁਹਾਡੇ ਲਈ। 985 ਮਸ਼ੀਨ ਵੀ ਉੱਥੇ ਦੱਸਦੀ ਨਹੀਂ, ਕਦੀ ਲੈਵਲ ਆ ਕੇ ਮਸ਼ੀਨ ਵੀ 600 ਤੋਂ ਬਾਅਦ ਖੜ ਜਾਂਦੀ ਹੈ, ਕਹਿੰਦੇ ਜਵਾਬ ਨਹੀਂ ਦਿੰਦੀ। ਕਿੱਡਾ ਚੈਲੰਜ ਲੱਗਿਆ ਸੀ ਤੁਹਾਨੂੰ, ਕਿ ਲੱਗਿਆ ਸੀ ਯਾਰ ਇਹ ਤਾਂ ਕੋਈ ਗੱਲ ਹੀ ਨਹੀਂ ਹੈ? ਦੇਖੋ, ਸਾਡੇ ਕੋਲ ਕਿਡਨੀ ਫੇਲ, ਲੀਵਰ ਫੇਲ, ਕੈਂਸਰ ਦੇ ਪੇਸ਼ੈਂਟ ਠੀਕ ਹੁੰਦੇ, ਸਾਨੂੰ ਤਾਂ ਸ਼ੂਗਰ ਕੁਝ ਲੱਗਦੀ ਹੀ ਨਹੀਂ ਹੈ। ਸਾਨੂੰ ਤਾਂ ਲੱਗਦਾ ਜਿਵੇਂ ਸ਼ੂਗਰ ਦਾ ਊਂਟ ਦੇ ਮੂੰਹ ਜੂਰਾ ਹੈ। ਇਹਨਾਂ ਵਾਸਤੇ ਸ਼ੂਗਰ ਵੱਡੀ ਚੀਜ਼ ਸੀਗੀ। ਮਤਲਬ ਖਾਂਸੀ ਬੁਖਾਰ ਹੀ ਹੈ, ਜ਼ੁਕਾਮ ਹੈ, ਸਿੰਪਲ ਖਾਂਸੀ ਜ਼ੁਕਾਮ ਸ਼ੂਗਰ ਹੈ। ਪੂਰੇ ਭਾਰਤ ਵਾਸਤੇ ਖਾਂਸੀ ਜ਼ੁਕਾਮ ਹੈ ਸ਼ੂਗਰ। ਇਹ ਮੈਡੀਕਲ ਮਾਫੀਆ ਨੇ ਐਡਾ ਵੱਡੀ ਬਣਾਈ ਹੋਈ ਹੈ। ਅਗਰ ਅੱਜ ਹੀ ਸਾਰੇ ਹਿੰਦੁਸਤਾਨ ਦੇ ਲੋਕ ਡਾਈਟ ਠੀਕ ਕਰ ਲੈਣ ਤੇ ਸ਼ੂਗਰ ਘਰੇ ਬਹਿ ਕੇ ਠੀਕ ਕਰ ਸਕਦੇ। ਸਾਡੇ ਕੋਲ ਆਂਦੀ ਵੀ ਲੋੜ ਹੈ ਨਹੀਂ ਗੀ। ਤੇ ਤੁਸੀਂ ਇਹ ਆਪਣੇ ਹੀ ਢਿੱਡ ਤੇ ਕਿਉਂ ਲੱਤ ਮਾਰ ਰਹੇ ਹੋ? ਲੋਕਾਂ ਨੂੰ ਤਰੀਕੇ ਇਸ ਤਰ੍ਹਾਂ ਦੱਸ ਰਹੇ ਹੋ, ਤੁਹਾਡਾ ਹੀ ਨੁਕਸਾਨ ਹੈ, ਤੁਹਾਡੇ ਕੋਲ ਆਣਗੇ ਨਹੀਂ। ਨਹੀਂ, ਸਾਡਾ ਮਕਸਦ ਕੁਝ ਹੋਰ ਹੈ ਜੀ। ਅਸੀਂ ਕਹਿੰਦੇ ਆ ਕਿ ਇੱਕ ਆਪਣਾ ਵੇਦਾਂ 'ਚ ਇੱਕ ਸ਼ਲੋਕ ਹੈਗਾ, ਧਰਮਾਰਥ ਕਾਮ ਮੋਕਸ਼ਣਮ ਆਰੋਗਿਆ ਮਲਮੂਤਮਮ, ਕਿ ਧਰਮ, ਅਰਥ, ਕਾਮ ਔਰ ਮੋਕਸ਼, ਇਹ ਚਾਰ ਪੁਰਸ਼ਾਰਥ ਹੈ। ਮੋਕਸ਼ ਨੂੰ ਆਪਾਂ ਸਕਸੈਸ ਵੀ ਕਹਿ ਸਕਦੇ ਹਾਂ, ਜ਼ਿੰਦਗੀ ਦਾ ਆਪਣਾ ਉਦੇਸ਼ ਵੀ ਕਹਿ ਸਕਦੇ ਹਾਂ। ਇਹ ਚਾਰੋਂ ਪ੍ਰਾਪਤੀ ਨਹੀਂ ਹੋਣਗੇ, ਜੀਵਨ ਆਰੋਗਿਆ ਨਹੀਂ ਹੋਏਗਾ। ਤੇ ਦੂਜੀ ਚੀਜ਼, ਅਗਰ ਅੱਜ ਦੁਨੀਆ 'ਚ ਅਗਰ ਆਪਾਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ ਜਾਂ ਗੀਤਾ ਪੜ੍ਹਦੇ ਹਾਂ, ਸਭ ਇਹ ਲਿਖਿਆ ਦੁਨੀਆ ਦੀ ਮਦਦ ਕਰੋ। ਤੇ ਅਗਰ ਆਪਾਂ ਲੋਕਾਂ ਨੂੰ ਘਰੇ ਬੈਠੇ ਉਹਨਾਂ ਦੀ ਮਦਦ ਕਰ ਦੇਵਾਂਗੇ, ਇੱਥੇ ਆਉਣ ਦੀ ਲੋੜ ਹੀ ਨਹੀਂ ਪਊਗੀ, ਤੇ ਜ਼ਿਆਦਾ ਵਧੀਆ ਹੈ ਨਾ। ਵੈਸੇ ਵੀ ਸਾਡੇ ਕੋਲ ਇੰਨੇ ਹਸਪੀਟਲਸ ਵੀ ਹੈ ਨਹੀਂ ਗੇ, ਸਾਡੇ ਕੋਲ ਇੰਨੇ ਬੈੱਡ ਹੀ ਹੈ ਨਹੀਂ। ਹੁਣ ਇਹ ਹਸਪੀਟਲ ਜਿੱਥੇ ਤੁਸੀਂ ਬੈਠੇ ਹੋ, ਇਹ 100 ਬੈੱਡ ਦਾ ਹੈ। ਤੁਸੀਂ ਦੇਖੋ ਇਹਦੇ 'ਚ ਲਗਭਗ 90-80% ਆਕੂਪੈਂਸੀ ਫੁੱਲ ਚੱਲਦੀ ਹੈ। ਆ ਗਰਮੀਆਂ 'ਚ ਮੇਰੇ ਕੋਲ 3-3 ਮਹੀਨੇ ਪਹਿਲੇ ਦੀ ਐਡਵਾਂਸ ਬੁਕਿੰਗ ਪਈ ਹੋਈ ਹੈ, ਕਿ ਐਡਵਾਂਸ ਲੋਕਾਂ ਨੇ ਪਹਿਲੇ ਪੇਮੈਂਟ ਜਮ੍ਹਾਂ ਕਰਾਈ ਹੈ ਕਿ ਅਸੀਂ ਆਉਣਾ ਹੈ। ਤਾਂ ਵਾਸਤੇ ਸਾਨੂੰ 1000 ਬੈੱਡ ਦਾ ਇੱਕ ਵੱਡਾ ਹਸਪੀਟਲ ਹੋਰ ਖੋਲ੍ਹਣਾ ਪਿਆ ਦਿੱਲੀ ਦੇ ਵਿੱਚ, ਕਿਉਂਕਿ ਦਿੱਲੀ ਇੱਕ ਪੂਰੇ ਵਰਲਡ ਦੀ ਲੋਕਾਂ ਨੂੰ ਪਹੁੰਚਣਾ ਆਸਾਨ ਹੈ। ਹੁਣੇ ਸ਼ੁਰੂ ਕੀਤਾ ਦਿੱਲੀ, ਅਸੀਂ ਦਿੱਲੀ NCR 'ਚ ਮੇਰਠ ਦੇ ਬਾਰਡਰ ਤੇ ਹੈ। 1000 ਬੈੱਡ ਦਾ ਪੂਰਾ 25 ਏਕੜ 'ਚ ਬਣਿਆ ਹੋਇਆ। ਜਿਵੇਂ ਇਹ ਹੋ ਚੁੱਕਾ ਪੂਰਾ, ਹਾਂ ਸ਼ੁਰੂ ਹੋ ਗਿਆ। ਹੁਣ ਯੋਗੀ ਜੀ ਨੂੰ ਰਿਕੁਐਸਟ ਕੀਤੀ, ਉਹਦਾ ਫਾਰਮਲ ਉਦਘਾਟਨ ਕਰ ਦਿਓ ਆ ਕੇ, ਤੇ 19 ਤਰੀਕ ਨੂੰ ਮੀਟਿੰਗ ਹੈ, ਉਮੀਦ ਹੈ ਕਿ ਹੋ ਜਾਏਗਾ। ਜਿਵੇਂ ਇਹ 3 ਏਕੜ 'ਚ ਹੈ, ਉਹ 25 ਏਕੜ 'ਚ ਹੈ। ਸੋ ਸਵਾਲ ਇੱਥੇ ਜ਼ਿਹਨ 'ਚ ਆ ਜਾਂਦਾ, ਇੱਕ ਲੋਕਾਂ ਦਾ ਆਮ ਤਜਰਬਾ ਹੈਗਾ, ਤੁਸੀਂ ਕਿਸੇ ਵੀ ਲੈਬ ਤੇ ਚੱਲ ਜਾਓ, ਪ੍ਰਾਈਵੇਟ ਤੇ ਚੱਲ ਜਾਓ, ਸਰਕਾਰੀ ਤੇ ਚੱਲ ਜਾਓ, ਹਰੇਕ ਨੇ ਸ਼ੂਗਰ ਦੇ ਲੈਵਲ ਆਪਣੇ ਹਿਸਾਬ ਨਾਲ ਸੈੱਟ ਕੀਤੇ ਹੋਣੇ। ਕੋਈ ਕਹਿੰਦਾ 100 ਨਾਰਮਲ ਐਵਰੇਜ ਹੈ, ਕੋਈ ਕਹਿੰਦਾ 150 ਹੈ, ਕੋਈ 200 ਹੈ, ਕੋਈ 110 ਹੈ, ਕੋਈ 125 ਹੈ। ਇਹ ਤੁਹਾਨੂੰ ਕੀ ਡਰਾਮੇਬਾਜ਼ੀ ਕਹਾਂਗਾ ਕਿ ਇਹਦੇ 'ਚ ਵੀ ਕੋਈ ષੜਯੰਤਰ ਹੈ? ਸਰ, ਇਹ ਸਭ ਨਾ, ਇਹ ਪ੍ਰੋਪਰ ਜਦੋਂ ਅੰਗਰੇਜ਼ ਭਾਰਤ 'ਤੇ ਰਾਜ ਕਰ ਰਹੇ ਸੀ ਨਾ, ਤੇ ਅੰਗਰੇਜ਼ਾਂ ਨੂੰ ਉਦੋਂ ਪਤਾ ਲੱਗ ਗਿਆ ਸੀ ਕਿ ਅਗਰ ਦੁਨੀਆ 'ਚ ਜ਼ਿੰਦਗੀ ਭਰ ਤੁਸੀਂ ਰਾਜ ਕਰਨਾ ਨਾ, ਤੇ ਇਨਡਾਇਰੈਕਟਲੀ ਰਾਜ ਕਰ ਸਕਦੇ ਹੋ, ਡਾਇਰੈਕਟਲੀ ਨਹੀਂ ਕਰ ਸਕਦੇ। ਤਾਂ 1947 'ਚੋਂ ਭਾਰਤ ਛੱਡ ਕੇ ਤਾਂ ਗਏ, ਲੇਕਿਨ ਇਨਡਾਇਰੈਕਟਲੀ ਛੱਡ ਕੇ ਗਏ। ਅੱਜ ਵੀ ਉਹਨਾਂ ਦਾ ਰਾਜ ਹੀ ਚੱਲ ਰਿਹਾ ਹੈ। ਇਹ ਜਿਹੜੇ ਸ਼ੂਗਰ ਦੇ ਲੈਵਲ ਹੈ ਜਾਂ BP ਦੇ ਲੈਵਲ ਹੈ, ਜਿਹੜੇ ਇਹਨਾਂ ਦੀ ਗੋਲੀਆਂ ਨੇ, ਜਿਹੜੇ ਇਹਨਾਂ ਦੇ ਪੇਟੈਂਟ ਰਾਈਟ ਨੇ, ਉਹ ਅੱਜ ਵੀ ਯੂਰੋਪੀਅਨ ਤੇ ਜਰਮਨੀ ਤੇ ਅਮਰੀਕਨ ਤੇ ਬ੍ਰਿਟਿਸ਼ ਕੰਪਨੀਆਂ ਕੋਲ ਹੈਗੀਆਂ। ਆਪਣਾ ਕੁਝ ਨਹੀਂ ਹੈ ਸਰ। ਇੰਡੀਆ ਦੇ ਕੋਲ ਕੋਈ ਸ਼ੂਗਰ ਦੀ ਗੋਲੀ ਦਾ ਜਾਂ BP ਦੀ ਗੋਲੀ ਦਾ ਰਾਈਟ ਥੋੜੀ ਹੈਗਾ। ਇਹਨਾਂ ਦੇ ਪੇਟੈਂਟ ਬਾਹਰ ਹੀ ਹੈਗੇ। ਤੇ ਆਪਣੀ ਜੋ ਵੀ ਬੰਦਾ ਸ਼ੂਗਰ ਦੀ ਗੋਲੀ ਖਾਏਗਾ, BP ਦੀ ਗੋਲੀ ਖਾਏਗਾ, ਥਾਇਰਾਇਡ ਦੀ ਗੋਲੀ ਖਾਏਗਾ, ਇਹਦਾ ਇੱਕ ਹਿੱਸਾ ਉਸ ਕੰਪਨੀ ਨੂੰ ਜਾਏਗਾ ਜਿਹਨੇ ਉਹਦਾ ਪੇਟੈਂਟ ਲਿੱਤਾ ਹੋਇਆ ਹੈ। ਇਹ ਬਹੁਤ ਵੱਡਾ ਗੇਮ ਹੈ ਸਰ। ਉਹ ਕਦੀ ਨਹੀਂ ਚਾਹਣਗੇ ਦੁਨੀਆ ਠੀਕ ਹੋ ਜਾਵੇ। ਸਾਰਾ ਦਾ ਹੋਲ ਥਿੰਗ ਇਜ਼ ਦੈਟ ਭਈਆ, ਸਭ ਤੋਂ ਵੱਡਾ ਰੁਪਈਆ ਇਹ ਗੇਮ ਹੈ। ਬਿਲਕੁਲ ਬਿਲਕੁਲ। ਵੱਡੀ ਕੰਪਨੀਆਂ, ਤੁਸੀਂ ਸੋਚੋ ਪੂਰੀ ਦੁਨੀਆ ਦੀ ਜਿਹੜੀ 10 ਸਭ ਤੋਂ ਵੱਡੀ ਫਾਰਮਾ ਕੰਪਨੀਆਂ ਨੇ, ਉਹਨਾਂ ਦਾ ਬਿਜ਼ਨਸ ਐਡਾ ਕੁ ਵੱਡਾ ਹੈ, ਜਿਹੜੀ ਦੁਨੀਆ ਦੀ ਬਾਕੀ 490 ਕੰਪਨੀਆਂ ਦਾ ਟੋਟਲ ਲਾ ਲਓ, ਤੇ ਦੁਨੀਆ ਦੀ 10 ਵੱਡੀ ਫਾਰਮਾ ਕੰਪਨੀਆਂ ਟੋਟਲ ਲਾ ਲਓ, ਉਸ ਤੋਂ ਵੱਡੀਆਂ ਹੈਗੀਆਂ ਉਹ। ਅੱਛਾ, ਜਿਵੇਂ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਜੇ ਤੁਹਾਨੂੰ ਹੋਇਆ ਸੀ, ਤੁਹਾਡੀ ਘਰੇ ਹੀ ਠੀਕ ਕਰ ਗਏ ਸ਼ੂਗਰ। ਦੀਪਾਲੀ ਹੁਣੀ ਜਦੋਂ ਤੁਹਾਡੇ ਕੋਲ ਪਹੁੰਚੇ ਸੀਗੇ, ਕੀ ਇਹਨਾਂ ਨੂੰ ਟ੍ਰੀਟਮੈਂਟ ਦਿੱਤਾ ਗਿਆ, ਕਿੰਨੇ ਦਿਨ ਹੋਏ ਨੇ, ਤੇ ਬਾਕੀ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਟ੍ਰੀਟਮੈਂਟ ਹੈ ਜੀ, ਰੋਜ਼ ਸਵੇਰੇ ਨੰਗੇ ਪਾँव ਘਾਸ ਤੇ ਘੁੰਮਣਾ ਹੈ, ਰੋਜ਼ ਸਵੇਰੇ ਸੈਰ ਕਰਨੀ ਹੈ, ਜੋ ਵੀ ਖਾਣਾ ਖਾਣਾ ਹੈ ਪਲੇਟ 2 ਪਲੇਟਾਂ 'ਚ ਖਾਣਾ ਹੈ। ਮਤਲਬ ਪਲੇਟ 1 ਪਲੇਟ 2 ਜੋ ਆਪਾਂ ਖਾ ਰਹੇ ਸੀ ਉਹ ਪਲੇਟ 2 ਹੋ ਜਾਂਦੀ ਹੈ, ਇੱਕ ਪਲੇਟ 1 ਨਾਲ ਐਡ ਹੋ ਜਾਂਦੀ ਹੈ। ਜਿਵੇਂ ਨਾਸ਼ਤੇ 'ਚ ਪਲੇਟ 1 ਹੈ ਫਰੂਟਸ, ਲਗਭਗ ਜਿਵੇਂ ਇਹਨਾਂ ਦਾ ਵਜ਼ਨ ਮੰਨ ਲਓ 55 ਕਿਲੋ ਹੈ ਜਾਂ 60 ਕਿਲੋ ਹੈ, ਜਿੰਨਾ ਵਜ਼ਨ ਗੁਣਾ 10 ਗ੍ਰਾਮ ਪਹਿਲੇ ਫਰੂਟਸ ਖਾਣੇ ਆ, ਫਿਰ ਪਲੇਟ 2 ਮਿਲੇਗੀ। ਐਵੇਂ ਲੰਚ 'ਚ ਪਹਿਲੇ ਪਲੇਟ 1 ਸੈਲਡ ਹੈਗੀ ਹੈ, ਫਿਰ ਐਵੇਂ ਜਿਹੜੀ ਪਹਿਲਾਂ ਖਾ ਰਹੇ ਸੀ ਉਹ ਪਲੇਟ 2 ਹੋ ਜਾਏਗੀ। ਮਤਲਬ ਜੋ ਖਾ ਰਹੇ ਹੋ ਉਹ ਪਲੇਟ 2 ਹੋ ਜਾਏਗਾ। ਉਸ ਤੋਂ ਪਹਿਲੇ ਪਲੇਟ 1 ਐਡ ਕਰਨਾ ਹੈ। ਪਲੇਟ 1 'ਚ ਕੀ ਆਏਗਾ? ਜੋ ਰੱਬ ਨੇ ਦਿੱਤਾ ਹੈ। ਦੂਜੀ ਗੱਲ, ਅਸੀਂ ਗੇਹੂੰ ਕੁਦਰਤੀ ਚੀਜ਼ਾਂ ਜਿਵੇਂ ਸੈਲਡ ਹੈ, ਫਰੂਟਸ ਹੈ, ਜੂਸਿਸ ਹੈ, ਨਾਰੀਅਲ ਪਾਣੀ ਹੈ, ਗ੍ਰੀਨ ਜੂਸ ਹੈ, ਇਹ ਸਭ ਚੀਜ਼ਾਂ। ਦੂਜੀ ਗੱਲ, ਜੋ ਆਪਾਂ ਨੂੰ ਇਨਸੂਲਿਨ ਚੱਲ ਰਹੀ ਸੀ, ਉਹ ਮੈਡਮ ਆਪ ਹੀ ਦੱਸ ਦੇਣਗੇ ਤੁਹਾਡੀ ਇਨਸੂਲਿਨ ਕਿੰਨੇ ਦਿਨਾਂ 'ਚ ਬੰਦ ਹੋਗੀ, ਤੇ ਤੁਹਾਡੀ BP ਦੀ गोली कितने दिन में बंद होगी, मैडम आप ही दस देंगे। ना जी, बता दीजिए इंसुलिन कब बंद हुई है और ब्लड प्रेशर की गोली? यहाँ मेरा जो इंसुलिन चल रहा था वो मेरा 36 पॉइंट्स था, यूनिट 36 यूनिट दिन में 3 बार, और यहाँ आके मैंने 3 बार इंसुलिन लिया, वो भी 3 पॉइंट, सिर्फ 3 बार लिया है। और मुझे आज 14 डेज हो गए यहाँ पे, सिर्फ 3 बार। 2 हफ्ते हो गए आपको यहाँ? 2 हफ्ते हो गए। कल मेरा तो क्या कहेंगे, इसे ट्रीटमेंट कहेंगे, हैरानी हुई, चमत्कार लगा? नहीं, एक बहुत अच्छा एहसास है, सीरियसली बहुत एक सुखद एहसास है, बहुत नाइस, क्योंकि यहाँ हॉस्पिटल नहीं लगा सबसे पहले।
ना डॉक्टर्स मुझे लगे कि डॉक्टर्स हैं, मुझे सच में लग रहा था क्योंकि मुझे सारे बच्चे ही थे सारे मेरे सामने, मेरे बेटे की उम्र के तो डॉक्टर्स वगैरह थे। मुझे लग रहा था कि बहुत प्यार से पहले 2 दिन मैंने बोला मैं बहुत वो थी, खाना जो मुझे मिला वो तो मैंने कभी सोचा ही नहीं था खाऊंगी, बट अब मेरे को सब कुछ अच्छा लग रहा है, मतलब बिकॉज मैं ठीक हो गई हूँ। कहाँ 985, कहाँ 120, बीपी की गोली बंद हो गई मेरी शुगर की सारी 10 मेडिसिन। साल में कभी ये 100 या 150 के राउंड आई नहीं थी? 150 तो कभी भी नहीं था मेरा। अब उससे नीचे? लोएस्ट मेरा 350 होता था। अच्छा। हाँ, लोएस्ट मेरा 150 200 भी नहीं होता था, 350 लोएस्ट था। तो मतलब अच्छा, जब आप आए थे पहले तो आपको ये बहुत सारा इरिटेटिंग लग रहा होगा, नहीं माहौल जब आए थे कि यार ये कोई डॉक्टर भी नहीं है या इसमें माहौल क्या है या क्या होगा नहीं, क्या डॉक्टर वाज नाइस, आई विल नॉट से डॉक्टर तो बहुत अच्छी थी, डॉक्टर श्वेता थी वो बहुत अच्छी थी डॉक्टर। तो उन्होंने मुझे कहा देखो आपको ना किडनी फेलियर हो जाएगा अगर आप ध्यान नहीं रखोगे, तो आप एक 15 दिन के लिए एडमिट हो जाओ। तो मैंने कहा 15 दिन छोड़ना सब कुछ, घर बार दफ्तर, इज़ टू डिफ़िकल्ट। तो पूरा बहस करते हुए दिल्ली गए हम दोनों मियाँ बीवी रास्ते में, बट उन्होंने मुझे कहा कि बस मेरे को एक्चुअली मतलब मेरे बच्चों ने और मेरे हस्बैंड ने पीछे पड़ के कि नहीं जाना ही है एक बार 15 दिन। और फिर उसके बाद ही टोल्ड मी अगर एक हफ्ते में तुम्हारा अपने आप तुम्हें लगा नहीं कि तुम बैठना है तो मैं हफ्ते में वापस ले आऊँगा। बट 2 दिन के बाद मैं बिल्कुल वो हो गई नॉर्मलाइज। पहले दिन तो मैं वॉक के लिए भी नहीं उठ रही थी। अच्छा। जब सुशील ने मुझे बोला चलो उठो वॉक करने जाएंगे, मैं कहा मुझे नहीं जाना है ये और मुझे घर ले जाओ। बट 3rd डे वॉज कि तब से मैं ही उनको बोलती हूँ चलो, अभी वो है नहीं तो वो मेरे से ज़्यादा अच्छा है हॉस्पिटल के लिए बोलते हैं, बिकॉज ही इज़ द पर्सन जो परेशान थे मेरे चक्कर में। मेरे ऑफिस में जिनके साथ मैं काम कर रही हूँ वो बेचारे भी मतलब वो भी देखने आए थे मुझे 2 दिन पहले, तो वो भी सोच रहे थे कि और मेरा वेट लॉस हुआ 6 kgs, तो मेरा वेट लॉस भी हुआ। सब कुछ खा रही थी मैं जो ये खिला रहे हैं, मिलेट्स नहीं खा रही थी, कभी भी नहीं खाए, बट इन्होंने मुझे दे टॉट मी हाउ टू मैनेज लाइफ, मतलब सब सैलेड्स। रूटीन में आप फास्ट फूड रूटीन में खाती थी, दिल्ली में रहती हैं? नहीं मैं नहीं खाती थी सच में। ਇੱਕ ਵੱਡਾ ਸਵਾਲ ਆ ਜਾਂਦਾ ਚਾਰੇ ਜੀ, ਆਮ ਤੌਰ ਤੇ ਸ਼ੂਗਰ ਦਾ ਮੁੱਖ ਕਾਰਨ ਫਾਸਟ ਫੂਡ ਹੀ ਮੰਨਿਆ ਜਾਂਦਾ, ਇਹ ਤਾਂ ਕਹਿੰਦੇ ਮੈਂ ਉਸ ਹਿਸਾਬ ਨਾਲ ਖਾਂਦੀ ਵੀ ਨਹੀਂ ਸੀ। ਅੱਛਾ ਚਲੋ ਨਾਨ ਵੈਜ ਖਾ ਲੈਂਦੇ ਸੀਗੇ, ਉਹ ਫਿਰ ਇੱਕ ਵੱਡਾ ਕਾਰਨ ਕਹਿ ਸਕਦੇ ਆ? ਦੇਖੋ ਜਿਹੜਾ ਸ਼ੂਗਰ ਦਾ ਮੁੱਖ ਕਾਰਨ ਹੈ ਨਾ, ਆਯੁਰਵੇਦ ਕਹਿੰਦਾ ਹੈ ਸਰਵੇਸ਼ਾਨਾਮ ਰੋਗਾਨਾਮ ਨਿਦਾਨਮ ਕੁਪਿਤਾ ਮਲਾ, ਕਿ ਦੁਨੀਆ 'ਚ ਜਿੰਨੇ ਵੀ ਰੋਗ ਹੈ ਉਹਦਾ ਇੱਕੋ ਮਾਤਰ ਨਿਦਾਨ ਹੈ ਕੁਪਿਤ ਮਲ ਨੂੰ ਕੱਢ ਦਿਓ। ਹੁੰਦਾ ਕੀ ਹੈ, ਰੂਟੀਨ ਦੀ ਲਾਈਫ ਹੈ ਨਾ, ਬੰਦਾ ਫਰੂਟ ਸੈਲਡ ਉਸ ਤਰੀਕੇ ਨਾਲ ਨਹੀਂ ਖਾਂਦਾ, ਉਸ ਵਿਸ਼ਵਾਸ ਨਾਲ, ਉਸ ਪਿਆਰ ਨਾਲ, ਉਸ ਇੱਜ਼ਤ ਨਾਲ ਨਹੀਂ ਖਾਂਦਾ ਜਿਸ ਸਲੀਕਾ ਕਹਿ ਲਈ ਆਪਾਂ। ਉਹ ਅਸੀਂ ਇਹਨਾਂ ਨੂੰ ਉਹ ਸਲੀਕਾ ਸਿਖਾਇਆ ਸਿਰਫ, ਹੋਰ ਕੁਝ ਨਹੀਂ ਕੀਤਾ। ਅਸੀਂ ਸਿਰਫ ਫਰੂਟ ਸਲਾਦ ਦਾ ਟਾਈਮਿੰਗ ਸੈੱਟ ਕੀਤਾ ਤੇ ਇਹਨਾਂ ਨੂੰ ਉਹਦੀ ਵਜ੍ਹਾ ਦੱਸੀ ਕਿ ਕਿਉਂ ਖਵਾਉਣਾ ਹੈ। ਹੋਇਆ ਕਿ ਬਾਡੀ 'ਚ ਉਹ ਕੁਆਂਟੀਟੀ ਗਈ, ਉਹ ਕੁਆਂਟੀਟੀ ਨੇ ਹੀ ਦਵਾਈ ਦਾ ਕੰਮ ਕਰਤਾ। ਜਿਹੜੀ ਇੰਨੀ ਵੱਡੀ ਪਲੇਟ ਹੈ ਨਾ ਸਲਾਦ ਜਾਂ ਫਰੂਟ ਦੀ, ਉਹ ਆਪ ਵਿੱਚ ਹੀ ਦਵਾਈ ਬਣ ਗਈ ਨਾ। ਅਗਰ ਇਹ ਉਸ ਤੋਂ ਅੱਧੀ ਪਲੇਟ ਖਾਣਗੇ ਫਰਕ ਨਹੀਂ ਪਊਗਾ। ਉਹ ਕੁਆਂਟੀਟੀ ਇੰਪੋਰਟੈਂਟ ਹੈ, ਉਹ ਕੁਆਂਟੀਟੀ ਨੇ ਦਵਾਈ ਦਾ ਕੰਮ ਕੀਤਾ। ਭਾਵ ਕੁਆਲਿਟੀ ਉਹਨਾਂ ਚ ਹੈਗੀ ਹੈ, ਕੁਆਂਟੀਟੀ ਚਾਹੀਦੀ ਹੈ, ਕੁਆਂਟੀਟੀ ਚਾਹੀਦੀ ਹੈ ਤੇ ਪਲੱਸ ਉਸ ਤਰ੍ਹਾਂ ਦਾ ਫੇਦ ਚਾਹੀਦਾ ਹੈ ਕਿ ਮੈਨੂੰ ਇਹ ਠੀਕ ਕਰਨ ਵਾਸਤੇ ਦਿੱਤੀ ਜਾ ਰਹੀ ਹੈ। ਮਤਲਬ ਆਪਾਂ ਜਿਵੇਂ ਸਾਹਮਣੇ ਰੱਬ ਆ ਗਿਆ ਲੇਕਿਨ ਆਪਾਂ ਇੱਜ਼ਤ ਨਹੀਂ ਕੀਤੀ, ਆਪਾਂ ਨੂੰ ਪਤਾ ਨਹੀਂ ਚੱਲਿਆ ਰੱਬ ਸੀਗਾ। ਆਪਣੇ ਘਰੇ ਅੰਬ ਆਂਦੇ ਸੀ, ਕੇਲੇ ਆਂਦੇ ਸੀ, ਫਰੂਟ ਆਂਦਾ ਸੀ, ਲੇਕਿਨ ਅਸੀਂ ਉਹਨੂੰ ਉਸ ਇੱਜ਼ਤ ਨਾਲ, ਉਸ ਨਜ਼ਰ ਨਾਲ ਕਦੀ ਨਹੀਂ ਦੇਖਿਆ ਕਿ ਇਹ ਸਾਡੀ ਜ਼ਿੰਦਗੀ ਹੈ, ਇਹ ਸਾਡੀ ਲਾਈਫ ਫੂਡ ਹੈ, ਇਹਦੇ 'ਚ ਜਿੰਦਾ ਭੋਜਨ ਹੈ ਇਹ। ਅਸੀਂ ਡੈਡ ਫੂਡ ਖਾਂਦੇ ਹਾਂ, ਦਾਲ ਨੂੰ ਅਸੀਂ ਤੜਕੇ ਲਾਉਂਦੇ ਹਾਂ। ਮੈਂ ਕਹਿੰਦਾ ਤੁਸੀਂ ਦਾਲ ਨੂੰ ਤੜਕਾ ਲਗਾ ਕੇ ਜ਼ਮੀਨ 'ਚ ਬੋ ਕੇ ਮੈਨੂੰ ਉਗਾ ਕੇ ਵਿਖਾਓ, ਉਗਦੀ ਹੈ ਨਹੀਂ, ਕਿਉਂਕਿ ਡੈਡ ਫੂਡ ਹੈ। ਅਸੀਂ ਡੈਡ ਫੂਡ ਖਾ ਰਹੇ ਸੀ, ਅਸੀਂ ਇੱਥੇ ਲਾਈਫ ਫੂਡ ਖਵਾਇਆ। ਲਾਈਫ ਫੂਡ ਮਤਲਬ ਜਿੰਦਾ ਭੋਜਨ ਜਿਹੜਾ ਆਪਾਂ ਨੂੰ ਕੋਈ ਵੀ ਨਾਲ ਸੀ ਆਯੁਰਵੈਦ ਦੀ ਕਿ ਦਿੰਦੇ ਹੋ? ਆਯੁਰਵੇਦ ਦੀ ਮੈਡੀਸਨ ਜਿਹੜੀ ਦਿੱਤੀ ਵੀ ਜਾਂਦੀ ਨਾ, ਉਹ ਹਲਦੀ, ਗਿਲੋਏ, ਅਸ਼ਵਗੰਧਾ, ਸ਼ਤਾਵਰ, ਇਸ ਤਰ੍ਹਾਂ ਦੀ ਜੜੀ ਬੂਟੀਆਂ ਦਾ ਕੋਈ ਟੈਬਲੇਟ ਜਾਂ ਕੈਪਸੂਲ ਦਿੰਦੇ ਆ। ਉਹ ਵੀ ਤਾਂ ਵਾਸਤੇ ਕਿ ਜੋ ਸ਼ੂਗਰ ਨੇ ਇੰਨੇ ਸਾਲ ਸਾਡੀ ਬੋਡੀ ਡੈਮੇਜ ਕਰਤਾ, ਜਿਹੜੀ ਸਾਡੀ ਐਪੀਥੀਲੀਅਮ ਲੇਅਰ ਨੂੰ ਨੇ ਨੁਕਸਾਨ ਪਹੁੰਚਾਤਾ। ਜਿਵੇਂ ਇੱਕ ਸੜਕ ਹੈ ਟਰੱਕ ਤੇ ਬੱਸਾਂ ਵਾਸਤੇ ਬਣੀ ਹੋਈ ਹੈ ਚੱਲਣ ਵਾਸਤੇ, ਲੇਕਿਨ ਉਹਦੇ ਟੈਂਕ ਚੱਲ ਰਹੇ ਸੀਗੇ ਤੇ ਸੜਕ ਤੇ ਖੱਡੇ ਪੈ ਗਏ ਨਾ, ਤੇ ਸਾਡੀ ਨਾ ਪੂਰੀ ਆਰਟਰੀਜ਼ ਦੇ ਅੰਦਰ, ਵੇਨਸ ਦੇ ਅੰਦਰ ਐਪੀਥੀਲੀਅਮ ਲੇਅਰ ਨੂੰ ਡਿਸਟਰਬੈਂਸ ਹੋਈ ਹੈ, ਪਲੱਸ ਜਗ੍ਹਾ ਜਗ੍ਹਾ ਜ਼ਖਮ ਹੋਏ ਹੋਏ ਹੈ, ਪਲੱਸ ਸਾਡੀ ਆਂਤਾਂ ਦੇ ਅੰਦਰ ਕਈ ਜਗ੍ਹਾ ਮਲ ਚਿਪਕਿਆ ਹੋਇਆ, ਕਈ ਜਗ੍ਹਾ ਕੋਈ ਇਨਫੈਕਸ਼ਨ ਹੋਇਆ ਹੈ। ਉਹਨੂੰ ਠੀਕ ਕਰਨ ਵਾਸਤੇ ਥੋੜ੍ਹੀ ਜਿਹੀ ਜੜੀ ਬੂਟੀਆਂ ਦੀ ਨਾਲ ਹੈਲਪ ਲੈਂਦੇ ਆ, ਲੇਕਿਨ ਉਹ ਫੋਰ ਏ ਟਾਈਮ ਬਿੰਗ, ਇੱਕ ਟਾਈਮ ਵਾਸਤੇ, ਉਸ ਤੋਂ ਬਾਅਦ ਉਹ ਬੰਦ ਹੋ ਜਾਂਦੀ ਹੈ। ਅੱਛਾ ਫਰਜ਼ ਕਰੋ ਹੁਣ ਇਹ ਮਰੀਜ਼ ਤੁਹਾਡੇ ਕੋਲ ਆਇਆ, 15 ਦਿਨ ਇੱਥੇ ਰਹੇ, ਉਹ ਬਿਲਕੁਲ ਤੁਸੀਂ ਬੜੀ ਹੈਰਾਨੀ ਹੈ, ਖੈਰ ਮੈਨੂੰ ਸੁਣ ਕੇ ਬੜੀ ਹੈਰਾਨੀ ਹੋਈ ਹੈ। ਬਹੁਤ ਮੈਂ ਡਾਕਟਰ ਦੀਆਂ ਬਹੁਤ ਚਾਰੇ ਦੇ ਇੰਟਰਵਿਊ ਕੀਤੀਆਂ ਹੋਈਆਂ, ਪਰ 985 ਜਾਂ ਅਰਾਊਂਡ 1000 ਤੋਂ 150 ਤੋਂ ਵੀ ਥੱਲੇ ਆ ਗਈ ਸ਼ੂਗਰ। ਮੇਰੇ ਲਈ ਵੀ ਬੜੀ ਹੈਰਾਨੀ ਵਾਲੀ ਗੱਲ ਹੋ ਰਹੀ ਹੈ। ਜਿੰਨਾ ਚਿਰ ਮਰੀਜ਼ ਤੁਹਾਡੇ ਕੋਲ ਹੈ ਉਨਾ ਚਿਰ ਹੀ ਠੀਕ ਰਹੇਗਾ, ਜਾਂ ਜੋ ਤੁਸੀਂ ਇਹਨਾਂ ਦੀ ਦਿਨਚਰਿਆ ਬਣਾਤੀ ਇਹਨਾਂ ਨੂੰ ਘਰੇ ਜਾ ਕੇ ਕਾਇਮ ਰੱਖਣੀ ਪਏਗੀ?
ਇਹ ਹੁਣ ਜ਼ਿੰਦਗੀ ਭਰ ਠੀਕ ਰਹਿਣਗੇ। ਇਹਨਾਂ ਨੂੰ ਬੇਸਿਕਲੀ ਤਰੀਕਾ ਪਤਾ ਚੱਲ ਗਿਆ ਕਿ ਆਪਣੀ ਬਾਡੀ ਨੂੰ ਰੱਬ ਨੂੰ, ਇਹ ਜਿਹੜੀ ਸਾਡੀ ਬਾਡੀ ਹੈ ਰੱਬ ਹੈ, ਇਸ ਰੱਬ ਨੂੰ ਕਿਵੇਂ ਮਨਾ ਕੇ ਰੱਖਣਾ ਹੈ। ਇਹ ਆਪਣਾ ਆਪਣੇ ਆਪ ਹੀ ਤਾਂ ਆਪਾਂ ਰੱਬ ਹੈਗੇ ਆ ਨਾ। ਠੀਕ ਹੈ। ਇਹ ਆਪਣਾ ਰੱਬ, ਜਿਵੇਂ ਭਗਵਾਨ ਕਹਿੰਦੇ ਆਪਾਂ, ਭੂਮੀ ਗਗਨ ਵਾਯੂ ਅਗਨੀ ਨੀਰ, 5 ਤੱਤਵ ਹੈ ਇਹ 5 ਤੱਤਾਂ ਨੂੰ ਬੈਲੈਂਸ ਕਿਵੇਂ ਕਰਨਾ ਹੈ, ਉਹਦੇ ਵਾਸਤੇ ਕੀ ਡਾਈਟ ਲੈਣੀ ਹੈ। ਹੁਣ ਇਹਨਾਂ ਨੇ ਤੇ ਰੋਜ਼ ਸੂਰਜ ਦੀ ਰੋਸ਼ਨੀ ਲਿੱਤੀ ਹੈ, ਰੋਜ਼ ਪ੍ਰਕਿਰਤੀ ਨੂੰ ਮਾਂ ਸਮਝ ਕੇ, ਧਰਤੀ ਨੂੰ ਮਾਂ ਸਮਝ ਕੇ ਆਪਾਂ ਇਹਦੀ ਜ਼ਮੀਨ ਤੇ, ਮੇਰੇ ਵੀ ਪੈਰ ਦੇਖੋਗੇ ਤਾਂ ਨੰਗੇ ਪੈਰ ਹੈਗੇ ਆ, ਮੈਂ ਵੀ ਧਰਤੀ ਤੋਂ એનર્ਜੀ ਲੈਣ ਵਾਸਤੇ ਥੱਲੇ ਪੈਰ ਨੰਗੇ ਕਰਕੇ ਬੈਠਾ ਹੋਇਆ। ਇੱਥੇ ਇਹਨਾਂ ਨੇ ਉਹ ਟ੍ਰੇਨਿੰਗ ਲੈ ਲਈ ਹੈ। ਬਸ ਹੁਣ ਇਹਨਾਂ ਨੂੰ ਕੁਝ ਨਹੀਂ ਕਰਨਾ, ਬਸ ਇਸ ਟ੍ਰੇਨਿੰਗ ਨੂੰ ਫੋਲੋ ਕਰਨਾ ਹੈ। ਅਸੀਂ ਇਹਨਾਂ ਨੂੰ ਕੋਈ ਪਾਰਟੀ, ਕੋਈ ਵਿਆਹ ਨਹੀਂ ਮਨਾ ਕਰਨ ਵਾਲੇ, ਕੋਈ ਇਹਨਾਂ ਨੂੰ ਬਾਹਰ ਦਾ ਖਾਣਾ ਨਹੀਂ ਮਨਾ ਕਰਨਾ। ਨਾਨ ਵੈਜ ਖਾ ਸਕਦੇ ਆ? ਨਹੀਂ, ਨਾਨ ਵੈਜ ਤਾਂ ਦੇਖੋ ਕਦੀ ਖਾਣ ਵਾਸਤੇ ਹੈ ਹੀ ਨਹੀਂਗਾ। ਅੱਛਾ। ਕਿਉਂਕਿ ਰੱਬ ਨੇ ਸਾਨੂੰ ਨਾਨ ਵੈਜ ਖਾਣ ਵਾਸਤੇ ਨਹੀਂ ਬਣਾਇਆ। ਕਦੀ ਕੋਈ ਵਨਸ ਵਾਈਲ ਖਾ ਸਕਦਾ ਬੰਦਾ, ਲੇਕਿਨ ਐਕਚੁਅਲ ਵਿੱਚ ਮੈਂ ਤਾਂ ਇਸ ਚੀਜ਼ ਦਾ ਵਿਰੋਧੀ ਆ ਕਿ ਨਾਨ ਵੈਜ ਖਾਣਾ ਹੀ ਨਹੀਂ ਚਾਹੀਦਾ। ਮੈਂ ਤਾਂ ਕਹਿੰਦਾ ਸੰਡੇ ਜਾਂ ਮੰਡੇ ਕਦੀ ਨਾ ਖਾਓ ਅੰਡੇ। ਠੀਕ ਹੈ। ਕਿਉਂਕਿ ਤੁਸੀਂ ਸੋਚੋ ਦੇਸੀ ਆ ਨੈਸ਼ਨਲ ਐਗ ਕਾਰਪੋਰੇਸ਼ਨ ਆਫ ਇੰਡੀਆ ਤੁਹਾਡੇ ਪਿੱਛੇ ਪੈ ਜਾਏਗਾ। ਕੋਈ ਗੱਲ ਨਹੀਂ, ਸਰਕਾਰਾਂ ਤੁਹਾਡੇ ਪਿੱਛੇ ਹੈਗੀਆਂ ਨੇ। ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਕਿ ਦੋ ਤਰ੍ਹਾਂ ਦੇ ਅੰਡੇ ਹੁੰਦੇ, ਇੱਕ ਦੇਸੀ ਅੰਡਾ, ਇੱਕ ਫਾਰਮੀ ਅੰਡਾ, ਦੋਨਾਂ 'ਚ ਫਰਕ ਕੀ ਹੁੰਦਾ ਹੈ? ਦੇਸੀ ਨੂੰ ਪੌਸ਼ਟਿਕ ਮੰਨਿਆ ਜਾਂਦਾ, ਕੋਈ ਸਾਈਜ਼ ਵੱਡਾ ਛੋਟਾ ਹੁੰਦਾ, ਸੌਰੀ ਜਿੰਨਾ ਬਰੀਕ ਹੈ ਜਿੰਨਾ ਛੋਟਾ ਉਹ ਦੇਸੀ ਹੈ। ਫਾਰਮੀ ਹੁੰਦਾ ਜਿਹੜਾ ਉਹ ਪਕਾਇਆ ਗਿਆ ਹੁੰਦਾ ਤੇ ਉਹ ਵੱਡਾ ਹੁੰਦਾ ਸਾਈਜ਼। मैडम पूछो देसी अंडा फार्मी अंडा फर्क क्या होता है? सीरियसली नहीं पता मुझे। खाए कितने हैं? खाए बहुत हैं, खाए बहुत। खैर फर्क ठीक है ਜਿਹੜਾ ਮੈਂ ਦੱਸਿਆ। ਛੋਟਾ ਫਰਕ ਛੋਟਾ। देसी अंडा ਹੁੰਦਾ ਹੈ ਜਿਹੜਾ ਮੁਰਗਾ ਮੁਰਗੀ ਦੇ ਨੈਚੁਰਲ ਮਿਲਨ ਤੋਂ ਪੈਦਾ ਹੁੰਦਾ ਹੈ। ਅੱਛਾ। ਜਿਹੜਾ ਨੈਚੁਰਲ ਹੈ, ਨੈਚੁਰਲ ਅੰਡਾ ਜਿਵੇਂ ਮੁਰਗਾ ਮੁਰਗੀ ਨੇ ਮਿਲਨ ਕੀਤਾ, ਕੁਦਰਤੀ ਢੰਗ ਹੈ ਜਿਹੜਾ ਆਇਆ ਤੇ ਉਹ ਅੰਡੇ ਵਿੱਚੋਂ ਬੱਚਾ ਵੀ ਨਿਕਲਦਾ ਹੈ। ਫਾਰਮੀ ਅੰਡਾ ਹੁੰਦਾ ਹੈ ਜਿਹੜੀ ਮੁਰਗੀ ਨੇ ਕਦੀ ਜੀਵਨ ਕਾਲ ਦੇ ਅੰਦਰ ਮੁਰਗਾ ਵੇਖਿਆ ਵੀ ਨਹੀਂ ਹੁੰਦਾ, ਉਹਨੂੰ ਇਸ ਤਰੀਕੇ ਡਿਵੈਲਪ ਕੀਤਾ ਜਾਂਦਾ ਕਿ ਇੱਕੋ ਮੁਰਗੀ ਦੇ ਦੋਨੋਂ ਅੰਗਾਂ ਦਾ ਜਨਨਾਂਗ ਹੈਗੇ, ਮਤਲਬ ਪੁਰਸ਼ ਵੀ ਹੈਗਾ ਉਹ, ਮਹਿਲਾ ਵੀ ਹੈ, ਉਹ ਮੇਲ ਫੀਮੇਲ ਦੋਨੋਂ ਫੈਕਟਰ ਉਹਦੇ 'ਚ ਹੀ ਨੇ ਤੇ ਉਹਨੂੰ ਇਸ ਤਰ੍ਹਾਂ ਦੇ ਹਾਰਮੋਨ ਦੇ ਇੰਜੈਕਸ਼ਨ ਲਗਾਏ ਜਾਂਦੇ ਜਿਹਦੇ ਨਾਲ ਉਹ ਫੈਕਟਰ ਆ ਜਾਂਦੇ ਹੈ। ਫਿਰ ਉਹ ਅੰਡਾ ਕੀ ਚੀਜ਼ ਹੈ? ਬੇਸਿਕਲੀ ਮੁਰਗੀ ਦਾ ਮੈਂਸਟਰੂਅਲ ਵੇਸਟ ਹੈ। ਅੰਡਾ ਕੀ ਚੀਜ਼ ਹੈ? ਬੱਚਾ ਕੀ ਹੈ? ਆਮ ਭਾਸ਼ਾ 'ਚ ਕਹਾਂ ਇਨਸਾਨੀ ਭਰੂਣ ਜਿਵੇਂ ਹੁੰਦਾ, ਛੋਟਾ ਬੱਚਾ ਬਣਦਾ, ਇਨਸਾਨੀ ਭਰੂਣ ਹੈ ਉਹ। ਦੂਜੀ ਗੱਲ, ਉਹ ਇੱਕ ਹਾਰਮੋਨ ਡਿਸਟਰਬ ਪ੍ਰਾਣੀ ਤੋਂ ਆ ਰਿਹਾ ਜਿਹੜਾ ਫਾਰਮੀ ਅੰਡਾ ਹੈ। ਹਾਰਮੋਨ ਡਿਸਟਰਬ ਹੈ ਨਾ ਉਹ ਮੇਲ ਹੈ ਨਾ ਉਹ ਫੀਮੇਲ ਹੈ। ਉਹਨੂੰ ਇੰਜੈਕਸ਼ਨ ਲਗਾ ਕੇ, ਗੋਲੀਆਂ ਦੇ ਕੇ, ਫੀਡ ਦੇ ਕੇ ਉਹ ਅੰਡਾ ਕੱਢਿਆ। ਮੈਨੂੰ ਦੱਸੋ ਉਹ ਅੰਡਾ ਕਿਵੇਂ ਪੌਸ਼ਟਿਕ ਹੋ ਸਕਦਾ ਹੈ ਜਿੰਦੇ ਹਾਰਮੋਨਸ ਹੀ ਠੀਕ ਹੈ ਨਹੀਂ? ਇਹਦਾ ਆਧਾਰ ਹੀ ਮਤਲਬ ਟੀਕੇ ਆ, ਦਵਾਈਆਂ ਜਾਂ ਕੁਝ ਹੈਗਾ ਮਤਲਬ। ਅੱਜ ਇਹੀ ਅੰਡੇ ਖਾ ਕੇ, ਇਸ ਤਰ੍ਹਾਂ ਦਾ ਨੌਨ ਵੈਜ ਖਾ ਕੇ ਤਾਂ LGBT ਸਮੁਦਾਇ ਵਧੀ ਜਾਂਦਾ ਹੈ। ਤੁਸੀਂ ਸੋਚੋ ਕਿੰਨੇ ਘਰਾਂ 'ਚ ਮੁੰਡੇ ਹਿਲਦੇ ਡੁਲਦੇ ਪੈਦਾ ਹੋਈ ਜਾਂਦੇ ਅੱਜ ਕੱਲ੍ਹ। ਕੁੜੀਆਂ ਨੇ ਜਿਨ੍ਹਾਂ ਨੂੰ ਕੁੜੀਆਂ ਪਸੰਦ ਆ ਰਹੀਆਂ, ਮੁੰਡੇ ਜਿਨ੍ਹਾਂ ਨੂੰ ਮੁੰਡੇ ਪਸੰਦ ਆ ਰਹੇ ਹੈ। ਕਈ ਘਰਾਂ 'ਚ ਇਹ ਸਭ ਗੜਬੜ ਹੋ ਕੀ ਰਹੀ ਹੈ? ਇਹ ਨੌਨ ਵੈਜ ਕਰਕੇ ਹੀ ਹੋ ਰਹੀ ਹੈ। ਕੁਦਰਤ ਨਾਲ ਖਿਲਵਾੜ ਹੀ ਕਵਾਂਗੇ ਜੀ। ਬਿਲਕੁਲ, ਤੁਸੀਂ ਇੱਕ ਐਵੇਂ ਦੀ ਪ੍ਰਜਾਤੀ ਪੈਦਾ ਕਰਤੀ ਜਿਹੜੀ ਨਾ ਮੇਲ ਹੈ ਨਾ ਫੀਮੇਲ ਹੈ, ਉਹਦਾ ਕੰਮ ਸਿਰਫ ਅੰਡੇ ਦੇਣਾ ਹੈ। ਅੱਛਾ, ਹੋਰ ਗੱਲ ਸੁਣੋ, ਉਹਨੇ ਕਦੀ ਜੀਵਨ ਕਾਲੇ ਮੁਰਗਾ ਵੇਖਿਆ ਹੀ ਨਹੀਂ ਹੁੰਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਮੁਰਗਾ ਹੁੰਦਾ ਕੀ ਹੈ ਉਸ ਮੁਰਗੀ ਨੇ। ਪਲੱਸ ਇੱਕ ਸਾਲ ਜੋ 300 ਅੰਡੇ ਦਿੰਦੀ ਹੈ, ਯਾਨੀ ਕਿ ਉਹਨੂੰ ਡੇਲੀ ਇੰਜੈਕਸ਼ਨ ਨਾਲ ਤੁਸੀਂ ਮੈਂਸਟਰੂਅਲ ਪੇਨ ਦੇ ਰਹੇ ਹੋ, ਬਦਲੇ 'ਚ ਅੰਡਾ ਦੇ ਰਹੀ ਹੈ। ਹੁਣ ਸੋਚੋ ਉਹਦੀ ਬਦਦੁਆਵਾਂ, ਉਹਦੀ ਦਰਦ, ਉਹਦੀ ਉਹ ਪੀੜਾ, ਉਹਦੀ ਉਹ ਤਕਲੀਫ ਵੀ ਉਸ ਅੰਡੇ ਦੇ ਵਿੱਚ ਆਈ ਹੈ। ਆਪਾਂ ਨੂੰ ਹੈਲਦੀ ਕਿਵੇਂ ਕਰ ਸਕਦੀ ਹੈ? ਖਾਣ ਨਾਲ ਤਾਂ ਪੱਕਾ ਲੱਗੇਗੀ ਉਹ ਹੈ। ਆਪਾਂ ਗੱਲ ਕਰੀਏ, ਅੱਛਾ, ਇਹ ਮਤਲਬ ਜਿਸ ਤਰ੍ਹਾਂ ਹੁਣ ਲੋਕਾਂ ਲਈ, ਹਾਲਾਂਕਿ ਲੋਕ ਇਹ ਤਾਂ ਕਹਿੰਦੇ ਪਏ ਯਾਰ ਸ਼ੂਗਰ ਤਾਂ ਘਰ ਘਰ 'ਚ ਪਹੁੰਚ ਗਈ ਹੈ, ਹਰ ਦੂਜੇ ਬੰਦੇ ਨੂੰ ਹੈਗੀ ਹੈ, ਤੇ ਲੋਕ ਹਾਲੇ ਵੀ ਮਤਲਬ ਭੱਜਦੇ ਹੋ ਐਲੋਪੈਥੀ ਵਾਲੀ ਹੈ। ਇਹਨਾਂ ਚੀਜ਼ਾਂ 'ਚ, ਆਯੁਰਵੈਦ 'ਚ ਜਿਹਦਾ ਝੰਡਾ ਤੁਸੀਂ ਇੰਨੇ ਸਾਲਾਂ ਤੋਂ ਚੱਕਿਆ ਹੋਇਆ, ਦਹਾਕਿਆਂ ਤੋਂ, ਵਿਸ਼ਵਾਸ ਕਿਉਂ ਨਹੀਂ ਬਣਾ ਪਾਉਂਦੇ? ਨਹੀਂ ਸਰ, ਵਿਸ਼ਵਾਸ ਬਣ ਰਿਹਾ ਨਾ। ਜਿਵੇਂ ਮੈਡਮ ਨੂੰ ਇਹਨਾਂ ਦੇ ਹਸਬੈਂਡ ਨੇ, ਉਹਨਾਂ ਦੇ ਫਰੈਂਡ ਨੇ ਜ਼ਬਰਦਸਤੀ ਕਿਹਾ ਕਿ ਤੂੰ 15 ਦਿਨ ਜਾ ਕੇ ਰਹਿ। ਹੁਣ ਜਿਵੇਂ ਹੁਣ ਇਹ ਆਪਣੀ ਸੋਸਾਇਟੀ ਜਾਣਗੇ, ਆਪਣੀ ਕਿੱਟੀ ਜਾਣਗੇ, ਆਪਣੇ ਫਰੈਂਡ ਸਰਕਲ ਜਾਣਗੇ, ਜਦੋਂ ਇਹ ਦੱਸਣਗੇ ਇਹ ਮੈਸੇਜ ਐਵੇਂ ਫੈਲ ਰਿਹਾ ਧੀਰੇ ਧੀਰੇ ਕਰਕੇ। ਮਤਲਬ ਜਿਵੇਂ ਹੁਣ ਪਿੱਛੇ ਤੁਸੀਂ 2 ਸਾਲ ਇੰਡੀਆ ਜੋ ਹੋਇਆ, ਅਸੀਂ ਉਹਨੂੰ ਪੈਂਡੈਮਿਕ ਕਹਿੰਦੇ ਆ। ਹੁਣ ਸਾਰੀ ਦੁਨੀਆ ਪੈਂਡੈਮਿਕ ਕਹਿਣ ਲੱਗੀ। ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ, ਲੇਕਿਨ ਸਾਡੀ ਗੱਲ ਤੇ ਕਿਸੇ ਵਿਸ਼ਵਾਸ ਨਹੀਂ ਕੀਤਾ। ਸਾਡਾ YouTube ਚੈਨਲ ਡਿਲੀਟ ਕਰਤਾ। ਤੁਸੀਂ ਹੋ ਗਏ ਉਹ ਡਾਕਟਰ ਆਪਣੇ ਉਹ ਡਾਕਟਰ BRC ਹੋ ਗਏ, ਮੈਂ ਹੋ ਗਿਆ, ਡਾਕਟਰ ਖਾਦਰ ਵਲੀ, ਡਾਕਟਰ ਅਮਰ ਸਿੰਘ ਆਜ਼ਾਦ, ਡਾਕਟਰ ਅਵਦੇਸ਼ ਪਾਂਡੇ, ਸਾਰੀ ਪੂਰੀ ਟੀਮ ਹੈਗੀ ਹੈ। ਸਾਰੇ ਸਰਕਾਰ ਦੇ ਨਿਸ਼ਾਨੇ ਤੇ ਸੀਗੇ। ਸਾਡਾ YouTube ਡਿਲੀਟ ਹੋ ਗਿਆ, ਸਾਡੀ Facebook ਡਿਲੀਟ ਹੋ ਗਈ। ਬਾਤ ਬੜੀ ਰਾਏ ਚੌਧਰੀ, ਬਿਲਕੁਲ ਉਹ ਸਾਰੇ ਹਸਪੀਟਲ 'ਚ, ਆਪਣੇ ਹਸਪੀਟਲ ਸਾਡੇ ਹਿਮਸੇ ਨਾਲ ਜੁੜੇ ਹੋਏ ਸਾਰੇ ਜੀ, ਸਾਰੀ ਇੱਕ ਪੂਰੀ ਟੀਮ ਹੈਗੀ ਹੈ। ਅਸੀਂ ਸਿਰਫ ਦੁਨੀਆ ਨੂੰ ਇਹੀ ਕਹਿਣਾ ਚਾਹੁੰਦੇ ਹਾਂ, ਦੁਨੀਆ 'ਚ ਸਭ ਤੋਂ ਵੱਡਾ ਡਾਕਟਰ ਅਗਰ ਕੋਈ ਹੈਗਾ ਤਾਂ ਤੁਸੀਂ ਆਪ ਹੈਗੇ ਹੋ। ਕੋਈ ਮਰਜ਼ੀ ਬਿਮਾਰੀ, ਵੱਡੀ ਤੋਂ ਵੱਡੀ, ਚਾਹੇ ਕਿਡਨੀ ਫੇਲ ਹੈ, ਚਾਹੇ ਲੀਵਰ ਫੇਲ ਹੈ, ਚਾਹੇ ਕੈਂਸਰ ਹੈ, ਚਾਹੇ ਸ਼ੂਗਰ ਹੈ, ਚਾਹੇ BP ਹੈ, ਤੁਸੀਂ ਸਿਰਫ ਆਪਣੀ ਬਾਡੀ ਦਾ ਖਾਣ-ਪਾਨ ਸੈੱਟ ਕਰੋ, ਆਪਣੀ ਸੋਚ ਸੈੱਟ ਕਰੋ, ਪ੍ਰਕਿਰਤੀ ਦੇ ਕਰੀਬ ਜਾਓ, ਹਰ ਬਿਮਾਰੀ ਨੂੰ ਤੁਸੀਂ ਰਿਵਰਸ ਕਰ ਸਕਦੇ ਹੋ। ਸੋ ਆਚਾਰਿਆ ਮਨੀਸ਼ ਨਾਲ ਸਾਡੀ ਗੱਲਬਾਤ ਚੱਲ ਰਹੀ ਸੀਗੀ। ਇੱਕ ਵਾਰ ਕੰਮ ਨਾ ਕੋਈ ਦਿਖਾਣਗੇ। ਦੀਪਾਲੀ ਧਰ ਦਿੱਲੀ ਤੋਂ ਨੇ, 50 ਸਾਲ ਇਹਨਾਂ ਦੀ ਉਮਰ ਆ, ਔਰ ਜਿਨ੍ਹਾਂ ਨੂੰ 12 ਸਾਲ ਤੋਂ 10 ਸਾਲ ਤੋਂ ਵੀ ਵੱਧ ਦਹਾਕੇ ਤੋਂ ਸ਼ੂਗਰ ਹੋਵੇ ਤੇ 900 ਸਵਾ 900
950 ਦੇ ਗੇਟ 'ਚ ਰਹਿੰਦੀ ਹੋਵੇ। ਅੱਜ ਲੇਡੀ ਖੁਦ ਕਹਿ ਰਹੀ ਹੈ, ਇਸ 'ਚ ਕੋਈ ਖੈਰ ਪ੍ਰੀ ਪਲਾਨਡ ਨਹੀਂ ਹੋਗਾ, ਕਿ ਮੇਰੀ 120 ਸ਼ੂਗਰ ਆਈ ਹੈ। ਇਹਨਾਂ ਲਈ ਖੁਦ ਲਈ ਬੜੀ ਹੈਰਾਨੀ ਭਰੀ ਗੱਲ ਸੀ। ਔਰ ਕੀਤਾ ਕੀ ਹੈ, ਕਰਨ ਵਾਲੇ ਵੀ ਸਾਡੇ ਨਾਲ ਬੈਠੇ ਨੇ। ਆਚਾਰਿਆ ਮਨੀਸ਼ ਹੁਣੀ ਸਿਰਫ ਫਰੂਟ ਫਲ ਆਮ ਤੌਰ ਤੇ ਰੇਹੜੀਆਂ ਤੇ ਵਿਕਦੇ ਨੇ, ਅਸੀਂ ਖਾਂਦੇ ਆ, ਪਰ ਉਸੇ ਨੂੰ ਦਵਾਈ ਬਣਾ ਕੇ ਤੁਹਾਡੇ ਸਰੀਰ 'ਚ ਉਤਾਰਿਆ ਤੇ ਉਹਦਾ ਨਤੀਜਾ ਕੀ ਹੈ। 10 ਸਾਲ ਤੋਂ ਜਾਂ 12 ਸਾਲ ਤੋਂ ਇਹਨਾਂ ਨੂੰ ਸ਼ੂਗਰ ਸੀ, ਅੱਜ 14 ਦਿਨਾਂ 'ਚ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ। ਇਸ ਤੋਂ ਬਾਅਦ ਵੀ ਜੇ ਤੁਹਾਨੂੰ ਭਰੋਸਾ ਨਹੀਂ ਹੁੰਦਾ ਤਾਂ ਹਿਮਸ ਡੇਰਾਬੱਸੀ ਤਾਂ ਹੈ ਹੀ ਹੈ, ਜਿਵੇਂ ਉਹਨਾਂ ਨੇ ਦੱਸਿਆ ਹੈ, ਮੇਰਠ ਬਾਰਡਰ ਤੇ ਦਿੱਲੀ ਦੇ ਵਿੱਚ ਵੀ ਸ਼ੁਰੂ ਹੋਣ ਜਾ ਰਿਹਾ ਹੈ। 1000 ਮੰਜਿਆਂ ਦਾ ਲੋਕਾਂ ਦਾ ਰੁਝਾਨ ਇੰਨਾ ਕੁ ਵੱਧ ਗਿਆ ਸੀ ਕਿ ਇੱਥੇ ਨਾਲੋਂ ਜਾ ਕੇ ਫਿਰ 25 ਕਿੱਲਿਆਂ 'ਚ ਹੋਰ ਇਹਨਾਂ ਨੂੰ ਤੁਸੀਂ ਜ਼ਮੀਨ ਖਰੀਦਣੀ ਪਈ, ਚਾਰ ਇਹਨਾਂ ਨੂੰ 25 ਕਿੱਲੇ, ਤਾਂ ਕਿ ਮੈਂ ਹੋਰ ਜ਼ਿਆਦਾ ਵੱਧ ਤੋਂ ਵੱਧ ਆਪਣਾ ਜਿਹੜਾ ਹੈਗਾ ਲੋਕਾਂ ਤੱਕ ਸੇਵਾਵਾਂ ਪਹੁੰਚਾ ਸਕਾਂ। ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ। ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ। ਸ਼ੁਕਰੀਆ।